ਕਿ ਅਧਿਆਪਕ ਜਥੇਬੰਦੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹ ਇਸ ਤਰੀਕੇ ਦਾ ਐਕਸ਼ਨ ਕਿਉਂ ਦੇ ਰਿਹਾ ਜਿਹਦੇ ਵਿੱਚ ਵਿਦਿਆਰਥੀਆਂ ਦੇ ਐਗਜ਼ਾਮ ਹੋ ਰਿਹਾ ਤੇ ਉਹ ਬਾਈਕਾਟ ਦੀ ਗੱਲ ਕਰ ਰਹੇ। तो जिस पंजाब सरकार का फैसला ही है वैसे जिद करके एग्जाम पूरे करने नकल करा के चाहे एग्जाम की क्रेडिबिलिटी रहे ना रहे तो मंदभागा फैसला। 3 तरीक ਨੂੰ ਜਲੰਧਰ ਦੇ ਵਿੱਚ ਮੁਲਾਕਾਤ ਹੁੰਦੀ ਹੈ ਇਲੈਕਸ਼ਨ ਦੇ ਦੌਰਾਨ। ਇਹ ਜੁਆਇੰਟ ਐਕਸ਼ਨ ਕਮੇਟੀ ਦੇ ਬੰਦਿਆਂ ਦੀ ਐਜੂਕੇਸ਼ਨ ਬੈਂਸ ਸਾਹਿਬ ਦੇ ਨਾਲ ਉਹਨਾਂ ਦੀ ਉਹ ਮੀਟਿੰਗ ਹੁੰਦੀ ਹੈ ਔਰ ਉਹ ਮੀਟਿੰਗ ਦੇ ਵਿੱਚ ਉਹ ਕਹਿੰਦੇ ਕਿ ਮੈਂ ਤਾਂ 15 ਦਿਨ ਪਹਿਲਾਂ ਹੀ ਇਸ ਦੇ ਬਾਰੇ ਆਦੇਸ਼ ਦੇ ਚੁੱਕਾ ਕਿ ਇਹ 1 ਸਾਲ ਪੋਸਟਪੋਨ ਕਰ ਦਿਓ। पंजाब गवर्नमेंट ने फैसला किया कि असीं सेंट्रल पोर्टल पर एडमिशन करांगे। एक तो उन्होंने डर ये लगता कि पंजाब दे विच बहुत सारा विद्यार्थी जिहड़ा वो इंडिया छड्ड के बाहर पढ़न जा रहा है, पंजाब च पढ़ नहीं रहा। उहदे नाल कॉलेज दे विच विद्यार्थियों की गिनती लगातार घट रही है कि जिहड़ी पहला एडमिशन हुंदी सी ते जिहड़े सेंट्रल पोर्टल दी ऑनलाइन एडमिशन आ इहदे विच फर्क की आ? जो लोगों के विच गल चल रही है भी ये प्राइवेट यूनिवर्सिटियों नूं मदद करने कर रहे हैं। कोई भी मैनेजमेंट का उन्होंने नुमाइंदा जिथे तक मेरी गल हुई है वो इसकी डिजिटाइजेशन के बिल्कुल उल्ट नहीं है। वो कहते जो थोड़ा डाटा चाहिए जिस डेट से चाहिए अस देवांगे। असीं सानूं सिर्फ ऑनलाइन एडमिशन अपने कॉलेज के पोर्टल पर करन दिओ। ये कॉलेज एडमिशन के प्रोसैस तो पूरी तरह बाहर हो गए। हुण जदों सरकार कहेगी भी तुसीं एडमिशन हो गया तुसीं इन्नी फीस पे करो तो जाओ, वो कहते फीस तो वो बच्चा आएगा नहीं साडे कोल। ਜਿਹੜੇ ਕ੍ਰਾਈਸਿਸ ਜਿਹਨਾਂ ਇੰਸਟੀਟਿਊਸ਼ਨ ਨੇ ਪਿਛਲੇ 100 ਸਾਲ 'ਚ ਪੰਜਾਬ ਦੀ ਬੜੀ ਸੇਵਾ ਕੀਤੀ ਹੈ, ਜਦੋਂ ਬਦਹਾਲੀ 'ਚ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹਦੇ ਬਜਾਏ ਉਹਨਾਂ ਨੂੰ ਲੱਗ ਰਿਹਾ ਕਿ ਇਹ ਸਾਨੂੰ ਹੋਰ ਬਾਡੀ ਬਲੋ ਦੇ ਕੇ ਖਤਮ ਕਰਨਾ ਚਾਹੀਦਾ। ਤੁਸੀਂ ਕਹਿ ਰਹੇ ਕਿ ਸਕੀਮ ਪਾਲਿਸੀ ਸਾਡੀ ਹੋਏਗੀ, ਨੁਕਸਾਨ ਤੁਹਾਡਾ ਹੋਏਗਾ, ਉਹਦਾ ਪ੍ਰਬੰਧ ਤੁਸੀਂ ਕਰੋ। ਇਹ ਜਿਹੜਾ ਟਕਰਾਅ ਆ ਇਹ ਕਿਸੇ ਵੀ ਤਰੀਕੇ ਨਾਲ ਤਰਕਸੰਗਤ ਨਹੀਂ ਹੈ, ਨਿਆਂ ਸੰਗਤ ਨਹੀਂ ਹੈ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਇੱਕੋ ਸਮੇਂ ਬਹੁਤ ਸਾਰੇ ਸੰਕਟਾਂ ਨਾਲ ਜੂਝ ਰਿਹਾ। ਉਹਨਾਂ ਸੰਕਟਾਂ ਦੇ ਵਿੱਚੋਂ ਇੱਕ ਆ ਸਿੱਖਿਆ ਦਾ ਸੰਕਟ, ਐਜੂਕੇਸ਼ਨ ਦਾ। ਫਿਰ ਭਾਵੇਂ ਉਹ ਪੰਜਾਬ ਦੇ ਸਕੂਲ ਹੋਣ, ਕਾਲਜ ਹੋਣ ਜਾਂ ਫਿਰ ਯੂਨੀਵਰਸਿਟੀਆਂ ਹੋਣ, ਅਸੀਂ ਦੇਖਦੇ ਹਾਂ ਕਿ ਵਿਦਿਆਰਥੀ ਯੂਨੀਅਨਾਂ ਜਾਂ ਫਿਰ ਅਧਿਆਪਕਾਂ ਦੀਆਂ ਯੂਨੀਅਨਾਂ ਕੋਈ ਨਾ ਕੋਈ ਸਖਤ ਫੈਸਲੇ ਲੈਂਦੀਆਂ ਨੇ ਜਦੋਂ ਉਹਨਾਂ ਦਾ ਸਰਕਾਰ ਨਾਲ ਮੱਥਾ ਲੱਗਦਾ। ਤਾਂ ਅੱਜ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੇ, ਪ੍ਰੋਫੈਸਰਾਂ ਨੇ ਇੱਕ ਸਖਤ ਫੈਸਲਾ ਲਿਆ। ਧਿਆਨ ਰਹੇ ਕਿ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਆ ਤੇ ਅਧਿਆਪਕਾਂ ਨੇ ਇਹ ਕਿਹਾ ਕਿ ਉਹਨਾਂ ਵੱਲੋਂ ਬਾਈਕਾਟ ਕੀਤਾ ਜਾਵੇਗਾ, ਹੜਤਾਲ ਉਹ ਕਰਨਗੇ। ਤਾਂ ਇਹ ਹੜਤਾਲ ਕਿਉਂ ਕਰਨਗੇ? ਸਾਡੇ ਨਾਲ ਡਾਕਟਰ ਜਗਵੰਤ ਜੀ ਨੇ ਜਿਹੜੇ ਕਿ ਅਧਿਆਪਕਾਂ ਦੇ, ਪ੍ਰੋਫੈਸਰਾਂ ਦੇ ਨੁਮਾਇੰਦੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਐਕਸ਼ਨ ਲਿਆ ਗਿਆ ਜੀ ਤੁਹਾਡੇ ਵੱਲੋਂ? ਪਹਿਲਾਂ ਤਾਂ ਮੈਂ ਇਸ ਗੱਲ ਨੂੰ ਸਪਸ਼ਟ ਕਰ ਦੇਵਾਂ ਕਿ ਮੈਂ ਜਨਰਲ ਸੈਕਟਰੀ ਪੰਜਾਬ ਫੈਡਰੇਸ਼ਨ ਯੂਨੀਵਰਸਿਟੀ ਕੁਆਲਿਟੀ ਟੀਚਰ ਆਰਗੇਨਾਈਜੇਸ਼ਨ ਹੈ। ਐਸੀ ਜੁਆਇੰਟ ਐਕਸ਼ਨ ਕਮੇਟੀ ਦਾ ਪਾਰਟ ਨਹੀਂ ਹੈ, ਪਰ ਜੁਆਇੰਟ ਐਕਸ਼ਨ ਕਮੇਟੀ ਦੇ ਵਿੱਚ ਮੈਨੇਜਮੈਂਟ ਫੈਡਰੇਸ਼ਨ, ਪ੍ਰਿੰਸੀਪਲ ਫੈਡਰੇਸ਼ਨ ਤੇ ਕੁਆਲਿਟੀ ਟੀਚਰ ਇਕੱਠੇ ਉਹਨਾਂ ਨੇ ਫੈਸਲਾ ਕੀਤਾ ਹੈ। ਤੇ ਮੇਰੇ ਹਿਸਾਬ ਦੇ ਨਾਲ ਇਹ ਬਹੁਤ ਮੰਦਭਾਗਾ ਫੈਸਲਾ ਕਿ ਪੰਜਾਬ ਸਰਕਾਰ ਟਕਰਾਅ ਦੇ ਵੱਲ ਨੂੰ ਗਈ ਹੈ। ਜਦੋਂ ਵੀ ਡੈਮੋਕ੍ਰੇਸੀ 'ਚ ਕੋਈ ਸਟੇਕ ਹੋਲਡਰ ਇੰਪੋਰਟੈਂਟ ਇਸ਼ੂ ਰੇਜ਼ ਕਰਦੇ ਆ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਨੂੰ ਉਹ ਬੈਠ ਕੇ ਨਜਿੱਠੇ। ਇਸ ਕੇਸ ਵਿੱਚ ਮੈਂ ਕਹਿ ਸਕਦਾ ਕਿ ਜੇ ਕਾਲਜ ਦੇ ਪ੍ਰਿੰਸੀਪਲ ਤੇ ਮੈਨੇਜਮੈਂਟ ਵਾਰ-ਵਾਰ ਆ ਕੇ ਕਹਿ ਰਹੀਆਂ ਸੀ, ਕੁਛ ਉਹ ਆਪਣੇ ਖਦਸ਼ੇ ਜ਼ਾਹਰ ਕਰ ਰਹੀਆਂ ਸੀ ਕਿ ਸਾਨੂੰ ਇਹ 'ਚ ਮੁਸ਼ਕਿਲ ਆਏਗੀ, ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨੂੰ ਬੈਠ ਕੇ ਉਹਨੂੰ ਕਲਿੰਚ ਕੀਤਾ ਜਾਂਦਾ। ਫਿਰ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ 3 ਤਰੀਕ ਨੂੰ ਜਲੰਧਰ ਦੇ ਵਿੱਚ ਮੁਲਾਕਾਤ ਹੁੰਦੀ ਹੈ ਇਲੈਕਸ਼ਨ ਦੇ ਦੌਰਾਨ। ਇਹ ਜੁਆਇੰਟ ਐਕਸ਼ਨ ਕਮੇਟੀ ਦੇ ਬੰਦਿਆਂ ਦੀ ਐਜੂਕੇਸ਼ਨ ਬੈਂਸ ਸਾਹਿਬ ਦੇ ਨਾਲ ਉਹਨਾਂ ਦੀ ਉਹ ਮੀਟਿੰਗ ਹੁੰਦੀ ਹੈ ਔਰ ਉਹ ਮੀਟਿੰਗ ਦੇ ਵਿੱਚ ਉਹ ਕਹਿੰਦੇ ਕਿ ਮੈਂ ਤਾਂ 15 ਦਿਨ ਪਹਿਲਾਂ ਹੀ ਇਸ ਦੇ ਬਾਰੇ ਆਦੇਸ਼ ਦੇ ਚੁੱਕਾ ਕਿ ਇਹ 1 ਸਾਲ ਪੋਸਟਪੋਨ ਕਰ ਦਿਓ। ਉਹਨਾਂ ਨੇ ਚਿੱਠੀ ਕੱਢ ਕੇ ਦਿਖਾਈ ਕਿ ਚਿੱਠੀ ਕੱਲ੍ਹ ਨਿਕਲੀ ਹੈ 2 ਤਰੀਕ ਦੀ, ਤੇ ਉਹਨਾਂ ਕਿਹਾ ਚਿੱਠੀ ਦਿਖਾਓ ਮੈਨੂੰ। ਉਸ ਤੋਂ ਉਹਨੇ ਕਿਸੇ ਨੂੰ ਫੋਨ ਕੀਤਾ। ਡਾਕਟਰ ਸਾਹਿਬ ਜ਼ਰਾ ਸਪਸ਼ਟ ਕਰ ਦਿਓ ਕਿ ਕਿਸ ਫੈਸਲੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਕਿ ਮੁੱਦਾ ਕੀ ਹੈ ਜਿਹੜੇ ਅਧਿਆਪਕਾਂ ਦਾ? ਇਹ ਹੈ ਕਿ ਜਿਹੜਾ ਇਸ ਵਿੱਚ पंजाब गवर्नमेंट ने फैसला किया कि असीं सेंट्रल पोर्टल पर एडमिशन करांगे। जो सेंट्रल पोर्टल पर एडमिशन करने का एक कह लो कि जे पॉलिसी सरकार बनाना चाहती है तो उस पॉलिसी ने जोड़े जोड़े बंदे ते इफैक्ट होने वाला, जोड़े इंस्टीट्यूशन इफैक्ट होने वाला, उन्होंने तसल्ली करानी जरूरी है। मैं हुण दूसरे गल च गए बगैर थोड़ा दसदा कि जो मेरे को इन्फॉर्मेशन है कि उन्होंने खदशे की ने, उन्हें डर की लगता। एक तो उन्होंने डर ये लगता कि पंजाब दे विच बहुत सारा विद्यार्थी जिहड़ा वो इंडिया छड्ड के बाहर पढ़न जा रहा है, पंजाब च पढ़ नहीं रहा। ਉਹਦੇ ਨਾਲ ਕਾਲਜਿਸ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਔਰ ਬਹੁਤ ਸਾਰੇ ਇੰਸਟੀਟਿਊਸ਼ਨ, ਬਹੁਤ ਸਾਰੇ ਕਾਲਜ ਇਸ ਮੌਕੇ ਬਹੁਤ ਹੀ ਯਾਨੀ ਕਿ ਬੁਰੀ ਹਾਲਤ ਵਿੱਚ ਨੇ, ਪ੍ਰਾਈਵੇਟ ਵੀ ਤੇ ਸਰਕਾਰੀ ਵੀ। ਸਰਕਾਰੀਆਂ ਨੂੰ ਵੀ ਕੁਛ ਅਸਰ ਪਿਆ ਹੈ, ਸਰਕਾਰੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਦੀ ਅਲਟੀਮੇਟਲੀ ਜ਼ਿੰਮੇਵਾਰੀ ਸਰਕਾਰ ਚੁੱਕਦੀ ਹੈ। ਜਿਹੜੇ ਨਾਨ ਗਵਰਨਮੈਂਟ ਕਾਲਜਿਸ ਨੇ ਉਹਨਾਂ ਲਈ ਔਰ ਜਿਨ੍ਹਾਂ ਚੋਂ ਕਈ ਕਾਲਜ 75 ਸਾਲ ਤੋਂ 100 ਸਾਲ ਤੋਂ ਕੰਟਰੀਬਿਊਸ਼ਨ ਕਰ ਰਹੇ ਆ, ਉਹ ਵੀ ਅੱਜ ਬੜੀ ਬਦਹਾਲੀ 'ਚ ਨੇ। ਉਹ ਸਰਕਾਰ ਤੋਂ ਉਮੀਦ ਇਹ ਕਰਦੇ ਸੀ ਕਿ ਸਰਕਾਰ ਸਾਡਾ ਹੱਥ ਫੜ ਕੇ ਸਾਨੂੰ ਮੁੜ ਕੇ ਸੁਰਜੀਤ ਕਰੇ ਤੇ ਅਸੀਂ ਆਪਣਾ ਰੋਲ ਪਲੇ ਕਰੀਏ।
ਉਹਦੇ ਲਈ ਉਸੇ ਮੌਕੇ ਜਿਹਨਾਂ ਜੋ ਸੈਂਟਰ ਪੋਰਟਲ ਦੀ ਸਕੀਮ ਲਿਆਂਦੀ, ਉਹਨਾਂ ਨੇ ਇੱਕ ਗੱਲ ਕਹਿਣੀ ਸ਼ੁਰੂ ਕੀਤੀ ਕਿ ਅਸੀਂ ਵਿਦਿਆਰਥੀਆਂ ਨੂੰ ਘਰੋਂ ਘਰ ਜਾ ਕੇ ਬੜੀ ਮੁਸ਼ਕਲ ਨਾਲ ਕਨਵਿੰਸ ਕਰਕੇ ਆਪਣੀ ਗਿਣਤੀ ਪੂਰੀ ਕਰਦੇ ਹਾਂ ਵੀ ਇਹ ਕਾਲਜ ਚੱਲਦੇ ਰਹਿਣ। ਤੇ ਜੇ ਤੁਸੀਂ ਸੈਂਟਰ ਪੋਰਟਲ ਤੇ ਕਰੋਗੇ, ਸਾਨੂੰ ਇਹ ਪਤਾ ਨਹੀਂ ਬੱਚੇ ਨੇ ਕਿੱਥੋਂ ਕੀ ਅਪਲਾਈ ਕੀਤਾ, ਨਾ ਅਸੀਂ ਉਹਨੂੰ ਆਪਣੇ ਕਾਲਜ ਐਡਮਿਟ ਕਰ ਸਕਾਂਗੇ। ਤੇ ਇਹਦੇ ਨਾਲ ਤੁਸੀਂ ਇਹ ਕਹਿ ਰਹੇ ਕਿ ਗ੍ਰੋਸ ਇਨਰੋਲਮੈਂਟ ਰੇਸ਼ੋ ਵਧੇਗਾ, ਸਾਨੂੰ ਪੂਰਾ ਡਰ ਹੈ ਕਿ ਗ੍ਰੋਸ ਇਨਰੋਲਮੈਂਟ ਰੇਸ਼ੋ ਘਟੇਗਾ, ਉਹਦੇ ਨਾਲ ਸਾਡਾ ਰੈਵਨਿਊ ਘਟੇਗਾ, ਅਸੀਂ ਹੋਰ ਮੁਸ਼ਕਲਾਂ ਚਾਹਾਂਗੇ। ਸਰਕਾਰ ਨੇ ਕਦੀ ਵੀ ਉਹਨੂੰ ਤਸੱਲੀ ਨਹੀਂ ਦਿੱਤੀ ਕਿ ਇਸ ਪੱਖ ਨੂੰ ਅਸੀਂ ਦੇਖਾਂਗੇ। ਮੇਰੇ ਹਿਸਾਬ ਨਾਲ ਜੇ ਸਰਕਾਰ ਇਹੀ ਕਹਿ ਦਿੰਦੀ ਕਿ ਜੋ ਇਸ ਸਾਲ ਦੀ ਤੁਹਾਡੀ ਸਟਰੈਂਥ ਹੈ ਉਸ ਵਿੱਚ ਅਸੀਂ 5% 10% ਇਨਕਰੀਜ਼ ਮੰਨ ਕੇ ਚੱਲਾਂਗੇ, ਜੇ ਨਹੀਂ ਹੋਏਗੀ ਤਾਂ ਅਸੀਂ ਤੁਹਾਨੂੰ ਪੂਰਾ ਉਹਦੇ ਲਈ ਕੰਪਨਸੇਟ ਕਰਾਂਗੇ, ਜਿਹਦਾ GST ਦੇ ਟਾਈਮ ਤੇ ਸੈਂਟਰ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੂੰ ਕੰਪਨਸੇਟ ਕੀਤਾ। ਕੋਈ ਉੱਦਾਂ ਦਾ ਫਾਰਮੂਲਾ ਲਿਆ ਕੇ ਉਹਨਾਂ ਨੇ ਇੱਕ ਸਮਝੌਤੇ 'ਤੇ ਪਹੁੰਚ ਸਕਦੇ ਸੀ, ਪਰ ਪੰਜਾਬ ਸਰਕਾਰ ਨੇ ਉਸ ਤਰੀਕੇ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਸ ਵਿੱਚ ਜਿਹੜਾ ਇਸ ਮੌਕੇ ਡੈਡਲੌਕ ਬਣਿਆ, ਉਹਦਾ ਪਿਛੋਕੜ ਇਹ ਆ ਜੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ 3 ਤਰੀਕ ਨੂੰ ਜੁਆਇੰਟ ਐਕਸ਼ਨ ਕਮੇਟੀ ਦੀ ਇਹਨਾਂ ਨਾਲ ਮੁਲਾਕਾਤ ਹੁੰਦੀ ਹੈ। ਉਹਦੇ ਵਿੱਚ ਬੈਂਸ ਸਾਹਿਬ ਉਹਨਾਂ ਨੂੰ ਕਹਿੰਦੇ ਆ ਕਿ ਮੈਂ 15 ਦਿਨ ਪਹਿਲਾਂ ਕਹਿ ਚੁੱਕਾ ਕਿ ਇਹਨੂੰ 1 ਸਾਲੇ ਪੋਸਟਪੋਨ ਕਰ ਦਿਓ। ਜਦੋਂ ਉਹ 2 ਤਰੀਕ ਦੀ ਚਿੱਠੀ ਦਿਖਾਉਂਦੇ ਆ, ਉਹ ਕਹਿੰਦੇ ਵੀ ਮੈਂ ਫੋਨ ਕਰਦਾ, ਫੋਨ ਕਰਕੇ ਉਹ ਕਿਸੇ ਅਫਸਰ ਨੂੰ ਨਹੀਂ ਕਿਹਾ ਵੀ ਤੁਸੀਂ ਕਿਉਂ ਕੀਤਾ, ਮੈਂ ਤਾਂ ਮਨਾ ਕੀਤਾ ਸੀ। ਇਹ ਸਾਰੀ ਗੱਲਬਾਤ ਹੋਣ ਤੋਂ ਬਾਅਦ ਉਹ ਕਹਿੰਦੇ ਇਹ ਨਹੀਂ ਹੋਏਗਾ, ਤੁਸੀਂ ਇਹਦੀ ਚਿੰਤਾ ਨਾ ਕਰੋ। ਪਰ ਜੁਆਇੰਟ ਐਕਸ਼ਨ ਕਮੇਟੀ ਨੇ ਕਿਹਾ ਕਿ ਸਾਡੀ ਚੀਫ ਮਿਨਿਸਟਰ ਮੁਲਾਕਾਤ ਕਰਾਓ। ਚੀਫ ਮਿਨਿਸਟਰ ਮੁਲਾਕਾਤ ਦੀ ਗੱਲ ਕੀਤੀ, ਮੰਤਰੀ ਨੇ ਫਿਰ ਉਹਨੇ ਅਸ਼ੋਰੈਂਸ ਦਿੱਤੀ ਕਿ ਤੁਸੀਂ ਇਸ ਦੀ ਚਿੰਤਾ ਨਾ ਕਰੋ। ਉਹਨਾਂ ਕਿਹਾ ਵੀ ਤੁਸੀਂ ਇਹਦਾ ਕੋਈ ਤੁਸੀਂ ਪ੍ਰੈਸ ਨੋਟ ਦੇ ਦਿਓ। ਉਹ ਕਹਿੰਦਾ ਬੰਦੇ ਦਾ ਵਿਸ਼ਵਾਸ ਕਰਨਾ ਚਾਹੀਦਾ, ਤੁਹਾਨੂੰ ਜਵਾਨ ਹੁੰਦੀ ਹੈ, ਮੈਂ ਤੁਹਾਨੂੰ ਜਵਾਨ ਰਿਹਾ, ਮੈਂ ਤਾਂ ਮੰਤਰੀ ਜ਼ਿੰਮੇਦਾਰ ਬੰਦਾ, ਮੇਰੇ 'ਤੇ ਭਰੋਸਾ ਕਰੋ। ਉਹਨਾਂ ਭਰੋਸਾ ਕਰ ਲਿਆ। ਉਹਨਾਂ ਨੇ ਉਸ ਦਿਨ ਕਾਲ ਆਫ ਕਰਨਾ ਸੀ ਕਿਉਂਕਿ 5 ਤਰੀਕ ਨੂੰ ਉਹਨਾਂ ਨੇ ਯੂਨੀਵਰਸਿਟੀ ਦੇ ਪੇਪਰ ਬਾਈਕਾਟ ਕਰਨੇ ਸੀ। ਤਾਂ ਯੂਨੀਵਰਸਿਟੀ ਤੋਂ ਮੈਨੂੰ ਪਤਾ ਲੱਗ ਰਿਹਾ ਸੀ ਵੀ ਉਹਨਾਂ ਨੂੰ ਚਿੰਤਾ ਇਸ ਗੱਲ ਦੀ ਹੈ ਵੀ ਅਸੀਂ ਪ੍ਰੈਸ ਨੋਟ ਦਈਏ ਕਿ ਨਾ ਦਈਏ, ਅਸੀਂ ਪੇਪਰ ਪੋਸਟਪੋਨ ਕਰ ਰਹੇ ਕਿ ਨਹੀਂ ਕਰ ਰਹੇ। ਉਸ ਚੱਕਰ 'ਚ ਮੈਂ ਉਹਨਾਂ ਨੂੰ ਕੰਟੈਕਟ ਕੀਤਾ, ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੀ ਸਿੱਖਿਆ ਮੰਤਰੀ ਨਾਲ ਗੱਲਬਾਤ ਹੋ ਗਈ ਹੈ। ਦੂਜੇ ਦਿਨ ਸਾਡੀ ਚੀਫ ਮਿਨਿਸਟਰ ਦੇ ਮੁਲਾਕਾਤ ਹੈ, ਚੀਫ ਮਿਨਿਸਟਰ ਨਾਲ ਗੱਲਬਾਤ ਹੁੰਦੀ ਹੈ। ਉੱਥੇ ਉਹ ਖਾਸ ਕਰਕੇ ਨਾਂ ਲੈਂਦੇ ਆ ਕਿ ਰਵੀ ਭੱਤ ਜੋ ਉਹਨਾਂ ਦੇ ਸਪੈਸ਼ਲ ਸੈਕਟਰੀ ਆ, ਉਹਨਾਂ ਨੇ ਫੋਨ ਕਰਕੇ ਬੈਂਸ ਸਾਹਿਬ ਨਾਲ ਗੱਲ ਕੀਤੀ। ਬੈਂਸ ਸਾਹਿਬ ਨੇ ਕਿਹਾ ਕਿ ਮੈਂ ਇਸ 'ਤੇ ਆਰਡਰ ਕਰ ਚੁੱਕਾ। ਉਹ ਤੋਂ ਉਹਨੇ ਕਿਸੇ ਪ੍ਰਿੰਸੀਪਲ ਨੇ ਚੀਫ ਮਿਨਿਸਟਰ ਨੂੰ ਕਿਹਾ ਕਿ ਤੁਸੀਂ ਬਿਆਨ ਦੇ ਦਿਓ। ਉਹਨਾਂ ਨੇ ਕਹੀ ਹੈ ਕਿ ਵੀ ਇਲੈਕਸ਼ਨ ਚੱਲ ਰਹੀ, ਮੈਂ ਬਿਆਨ ਨਹੀਂ ਦੇ ਸਕਦਾ, ਤੁਸੀਂ ਮੇਰੇ ਬਿਹਾਫ 'ਤੇ ਕਰ ਦਿਓ। ਉਸ ਤੋਂ ਬਾਅਦ ਫਿਰ ਸਾਡਾ ਇਹਨਾਂ ਨੇ ਇੱਕ ਮੀਟਿੰਗ ਉਹਨਾਂ ਨੇ ਮੰਗੀ ਸੀ ਵੀ ਆਪਾਂ ਇਹਨੂੰ ਬੈਠ ਕੇ ਇਹਨੂੰ ਨਜਿੱਠ ਲਈਏ। ਉਹਨਾਂ 16 ਤਰੀਕ ਫਿਕਸ ਹੁੰਦੀ ਹੈ। 16 ਤਰੀਕ ਨੂੰ ਜਿਹੜੀ ਗਵਰਨਮੈਂਟ ਵੱਲੋਂ ਈਮੇਲ ਜਾਂਦੀ ਹੈ, ਉਹ ਜਾਣੇ 'ਚ ਹੋਈ ਕਿ ਅਣਜਾਣੇ 'ਚ ਹੋਈ, ਉਹ ਉਸ ਮੇਲ 'ਤੇ ਗਈ ਕਿ ਜੋ ਉਹਨਾਂ ਦੀ ਫੈਡਰੇਸ਼ਨ ਦੀ ਮੇਲ ਹੀ ਨਹੀਂ ਸੀ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਵੀ ਇਹਨਾਂ ਨੇ ਇਹ ਸੱਦੀ ਹੈ। ਉਹਨੂੰ ਕਈ ਬੰਦੇ ਉਹ ਸੋਚਦੇ ਆ ਕਿ ਇਹ ਸ਼ਰਾਰਤ ਕੀਤੀ ਗਈ, ਇਹ ਖਾਨਾ ਪੂਰਤੀ ਕੀਤੀ ਵੀ ਸੱਦੇ ਸੀਗੇ ਤੇ ਨਹੀਂ ਆਏ। ਉਹਨਾਂ ਨੇ ਜਦੋਂ ਉਸ ਦਿਨ ਫੋਨ ਕੀਤੇ ਤਾਂ ਜਿਹੜੇ ਬੰਦੇ ਅੰਮ੍ਰਿਤਸਰ ਬੈਠੇ ਸੀ ਕਹਿੰਦੇ ਅਸੀਂ ਹੁਣ 2 ਘੰਟੇ 'ਚ ਨਹੀਂ ਪਹੁੰਚ ਸਕਦੇ, ਤੇ ਸਾਨੂੰ ਨਵੀਂ ਤਰੀਕ ਦੇ ਦਿਓ। ਸਰਕਾਰ ਨੇ ਨਵੀਂ ਤਰੀਕ ਦੇਣ ਦੀ ਬਜਾਏ ਪੋਰਟਲ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ। ਕੋਈ ਵੀ ਮੈਨੇਜਮੈਂਟ ਦਾ ਉਹਨਾਂ ਦੇ ਨੁਮਾਇੰਦੇ, ਜਿੱਥੇ ਤੱਕ ਮੇਰੀ ਗੱਲ ਹੋਈ ਆ, ਉਹ ਇਸ ਦੀ ਡਿਜੀਟਾਈਜੇਸ਼ਨ ਦੇ ਬਿਲਕੁਲ ਉਲਟ ਨਹੀਂ ਹੈ। ਉਹ ਕਹਿੰਦਾ ਜੋ ਤੁਹਾਨੂੰ ਡਾਟਾ ਚਾਹੀਦਾ ਜਿਸ ਡੇਟ 'ਤੇ ਚਾਹੀਦਾ ਅਸੀਂ ਦੇਵਾਂਗੇ, ਅਸੀਂ ਸਾਨੂੰ ਸਿਰਫ ਆਨਲਾਈਨ ਐਡਮਿਸ਼ਨ ਆਪਣੇ ਕਾਲਜ ਦੇ ਪੋਰਟਲ 'ਤੇ ਕਰਨ ਦਿਓ। ਔਰ ਉਹਦੇ ਵਿੱਚ ਉਹਨਾਂ ਦੇ ਜਿਹੜੀ ਗੱਲਾਂ ਨੇ ਵੀ ਤੁਸੀਂ ਸਾਡਾ ਰਿਕਾਰਡ ਚੁੱਕ ਕੇ ਦੇਖ ਲਓ, ਤੁਸੀਂ ਕਹਤਾ ਕਿ ਬੱਚਾ ਇੰਨੀ ਫੀਸ ਜਮ੍ਹਾਂ ਕਰੂਗਾ। ਬਹੁਤ ਸਾਰੇ ਬੱਚੇ ਇਦਾਂ ਨੇ ਜਿਹੜੇ ਫੀਸ ਦੇਣ ਦੀ ਪੋਜੀਸ਼ਨ 'ਚ ਨਹੀਂ। ਡਾਕਟਰ ਸਾਹਿਬ ਇਹ ਜ਼ਰੂਰ ਆਪਾਂ ਥੋੜਾ ਜਿਹਾ ਗੱਲ ਹੋਰ ਕਲੀਅਰਲੀ ਕਰ ਲੈਂਦੇ ਆ ਕਿ ਜਿਹੜੀ ਪਹਿਲਾਂ ਐਡਮਿਸ਼ਨ ਹੁੰਦੀ ਸੀ ਤੇ ਜਿਹੜੇ ਸੈਂਟਰਲ ਪੋਰਟਲ ਦੀ ਆਨਲਾਈਨ ਐਡਮਿਸ਼ਨ ਆ, ਇਹਦੇ ਵਿੱਚ ਫਰਕ ਕੀ ਆ? ਫਰਕ ਇਹ ਆ ਕਿ ਜਦੋਂ ਸੈਂਟਰ ਪੋਰਟਲ ਦੇ ਉੱਤੇ ਨਹੀਂ ਕਰਨਾ, ਉਹਨਾਂ ਨੇ ਇੱਕ ਤਰੀਕ ਦੇ ਦਿੱਤੀ ਕਿ ਇਸ ਡੇਟ ਤੱਕ ਤੁਸੀਂ ਆਪਣੀ ਸੀਟਾਂ ਦੱਸੋਗੇ, ਇਸ ਡੇਟ ਨੂੰ ਤੁਸੀਂ ਆਪਣਾ ਡਾਟਾ ਲੌਕ ਕਰੋਗੇ, ਇਸ ਤੋਂ ਬਾਅਦ ਤੁਸੀਂ ਇਹਨੂੰ ਚੇਂਜ ਨਹੀਂ ਕਰ ਸਕੋਗੇ। ਇਸ ਦੀ ਫੀਸ ਜਿਹੜੀ ਆ ਇਹ ਹੋਏਗੀ, ਅਸੀਂ ਉਹਦਾ ਐਡਮਿਸ਼ਨ ਕਰਾਂਗੇ। ਐਡਮਿਸ਼ਨ ਕਰਨ ਤੋਂ ਬਾਅਦ ਜਿਹੜਾ ਬੱਚਾ ਤੁਹਾਡੇ ਕੋਲ ਹੈਗਾ ਤੁਸੀਂ ਉਹਨੂੰ ਅੱਗੇ ਐਡਮਿਟ ਕਰਨਾ। ਇਹ 'ਚ ਕਾਲਜ ਐਡਮਿਸ਼ਨ ਦੇ ਪ੍ਰੋਸੈਸ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਏ, ਸਰਕਾਰ ਨੇ ਕਰਨਾ। ਹੁਣ ਉਹਨਾਂ ਨੂੰ ਇਹ ਹੈ ਕਿ ਜੇ ਤੁਸੀਂ ਕਰਨਾ ਤਾਂ ਤੁਹਾਡਾ, ਅਸੀਂ ਤਾਂ ਬੜੀ ਮੁਸ਼ਕਿਲ ਨਾਲ ਚਲਾ ਰਹੇ ਹਾਂ। ਬੱਚਿਆਂ ਦੀ ਗਿਣਤੀ ਹੋਰ ਘੱਟ ਜਾਏਗੀ। ਅਸੀਂ ਜਿਹੜੇ ਘਰਾਂ ਵਿੱਚ ਜਾ ਕੇ ਬੱਚਿਆਂ ਨੂੰ ਕਹਿੰਦੇ ਪੜ੍ਹ ਲਓ, ਕਿਸੇ ਨੂੰ ਕਹਿੰਦੇ ਵੀ ਤੂੰ 1000 ਰੁਪਈਆ ਦੇ ਦੇ, ਨਹੀਂ ਦੇ ਸਕਦਾ ਬਾਅਦ 'ਚ ਦੇ ਦੇਈਂ। ਔਰ ਕਈ ਵਾਰ ਫੀਸ ਦਿੰਦੇ ਦਿੰਦੇ ਐਗਜ਼ਾਮ ਤੱਕ ਆ ਜਾਂਦਾ ਹੈ। ਮੈਨੂੰ ਇੱਕ ਪ੍ਰਿੰਸੀਪਲ ਨੇ ਕੱਲ੍ਹ ਹੀ ਦੱਸਿਆ ਕਿ ਅਸੀਂ ਇਮਤਿਹਾਨ ਤੱਕ ਨਹੀਂ ਬੱਚੇ ਤੋਂ ਪੈਸੇ ਪੂਰੇ ਲੈ ਪਾਉਂਦੇ ਕਿਉਂਕਿ ਉਹਨਾਂ ਕੋਲ ਪੈਸੇ ਹੁੰਦੇ ਨਹੀਂ। ਹੁਣ ਜਦੋਂ ਸਰਕਾਰ ਕਹੇਗੀ ਵੀ ਤੁਸੀਂ ਐਡਮਿਸ਼ਨ ਹੋ ਗਿਆ, ਤੁਸੀਂ ਇੰਨੀ ਫੀਸ ਪੇ ਕਰੋ ਤੇ ਜਾਓ, ਉਹ ਕਹਿੰਦੇ ਫੇਸ ਤੇ ਉਹ ਬੱਚਾ ਆਏਗਾ ਨਹੀਂ ਸਾਡੇ ਕੋਲ। ਜਿਹੜਾ ਗਰੀਬ ਬੱਚਾ ਵੀ ਨਹੀਂ ਹੈਗਾ ਜਿਹਦੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੂੰ ਅਸੀਂ ਮਨਾ ਕੇ ਕਾਲਜ ਲਾਉਣਾ ਚਾਹੁੰਦਾ ਉਹਨਾਂ ਦਾ ਵੀ ਹੋਣਾ ਚਾਹੁੰਦਾ। ਸਰਕਾਰ ਕਹਿੰਦੀ ਹੈ ਕਿ ਸਾਨੂੰ ਡਾਟਾ ਚਾਹੀਦਾ, ਉਹ ਕਹਿੰਦੇ ਡਾਟਾ ਜਿਹੜਾ ਤੁਹਾਨੂੰ ਚਾਹੀਦਾ ਅਸੀਂ ਦੇਣ ਨੂੰ ਤਿਆਰ ਹਾਂ। ਅਸੀਂ ਆਪਣੇ ਪੋਰਟਲ ਦੇ ਉੱਤੇ ਐਡਮਿਸ਼ਨ ਕਰਕੇ ਤੁਹਾਨੂੰ ਜੋ ਤੁਸੀਂ ਤਰੀਕ ਲਾਸਟ ਡੇਟ ਹੋਊਗੀ ਉਹ ਤੋਂ 1 ਹਫ਼ਤੇ ਦੇ ਅੰਦਰ ਤੁਹਾਨੂੰ ਸਾਰਾ ਡਾਟਾ ਦੇ ਦਿਆਂਗੇ। ਤੁਹਾਡੇ ਡਾਟਾ ਦਾ ਘਰ ਪੂਰਾ ਹੋ ਜਾਏਗਾ ਜੇ ਤੁਹਾਡਾ ਇੰਨਾ ਮਸਲਾ ਹੈ। ਪਰ ਜੋ ਬਹੁਤੇ ਲੋਕਾਂ ਦਿਮਾਗ ਸ਼ੱਕ ਹੈ ਕਿ ਇਹ ਫੈਸਲਾ ਜੋ ਸਰਕਾਰ ਐਡੇ ਵੱਡੇ ਟਕਰਾਅ ਵੱਲ ਗਈ ਹੈ, ਉਸ ਦੇ ਵਿੱਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ, ਉਹ ਸਰਕਾਰ ਜਾਣਦੀ ਹੈ ਜਾਂ ਸਰਕਾਰ ਦੇ ਤੰਤਰ ਵਿੱਚ ਕੰਮ ਕਰਨ ਵਾਲੇ ਬੰਦੇ ਜਾਣਦੇ ਆ। ਜੋ ਲੋਕਾਂ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਦਦ ਕਰਨ ਲਈ ਕਰ ਰਹੇ ਨੇ, ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਤਾਂ ਐਡਮਿਸ਼ਨ ਸ਼ੁਰੂ ਕਰ ਦਿੱਤਾ ਅਪ੍ਰੈਲ ਦੇ ਵਿੱਚ ਹੀ। ਇਹਨਾਂ ਨੂੰ ਐਡਮਿਸ਼ਨ ਕਰਨ ਦੀ ਅਲਾਉਡ ਨਹੀਂ। ਜੂਨ ਤੱਕ ਤੁਸੀਂ ਆਪਦਾ ਫਾਰਮ ਲਓਗੇ, ਉਸ ਤੋਂ ਬਾਅਦ ਤੁਸੀਂ ਉਹਦੀ ਸਕੂਟਰੀ ਕਰੋਗੇ, ਜੁਲਾਈ ਤੱਕ ਐਡਮਿਸ਼ਨ ਕਰੋਗੇ।
ਉਸ ਤੋਂ ਬਾਅਦ ਫਿਰ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਉਹ ਵੀ ਉਸੇ ਖਿੱਤੇ ਦੇ ਵਿੱਚ, ਕਿਉਂਕਿ ਉਹਨਾਂ ਦੀ ਕਈਆਂ ਨੂੰ ਬੜੀ ਮੁਸ਼ਕਲ ਹੈ, ਉਹ ਪਿੰਡਾਂ 'ਚ ਜਾ ਕੇ ਲੋਕਾਂ ਤੋਂ ਫਾਰਮ ਭਰਾ ਲੈਂਦੇ ਵੀ ਤੂੰ 500 ਰੁਪਈਆ ਫਾਰਮ ਭਰਦੇ, ਤੈਨੂੰ ਪਹਿਲੇ ਸਮੈਸਟਰ 'ਚ ਹੀ 100% ਜਿਹੜੀ ਆ ਉਹ ਫੀਸ ਕੰਸੈਸ਼ਨ ਦੇ ਦਿੱਤਾ, ਸੈਕੰਡ ਸਮੈਸਟਰ ਆ ਕੇ ਕਹਿੰਦੇ ਹੁਣ ਪੈਸੇ ਕੱਢ। ਉਹਦੇ ਵਿੱਚ ਵੀ ਬੱਚਿਆਂ ਦੇ ਜੋ ਐਕਚੁਅਲ ਇੰਸਟੈਂਸਿਸ ਮੇਰੇ ਆਪਣੇ ਨੋਟਿਸ ਵਿੱਚ ਹੈ। ਮੈਂ 2 ਸਾਲ ਪਹਿਲਾਂ ਜਾਣਦਾ ਵੀ ਇਸ ਤਰੀਕੇ ਦੇ ਇੰਸਟੈਂਸਿਸ ਹੈਗੇ ਜਿੱਥੇ ਬੱਚੇ ਫਸੇ ਹੋਏ ਸੀ, ਉਹ ਕਾਲਜ ਐਡਮਿਸ਼ਨ ਲੈਣ ਆਉਂਦੇ ਸੀ ਵੀ ਅਸੀਂ ਉੱਥੇ ਫੀਸ ਅਫੋਰਡ ਨਹੀਂ ਕਰ ਸਕਦੇ। ਜਦੋਂ ਉਹਨੂੰ ਪੁੱਛਦੇ ਸੀਗੇ ਵੀ ਤੁਸੀਂ ਉੱਥੇ ਗਏ ਕਿਉਂ, ਉਹ ਕਹਿੰਦੇ ਉਹਨੇ ਸਾਨੂੰ ਕਿਹਾ ਸੀ ਤੁਹਾਡੀ ਪੂਰੀ ਅਸੀਂ ਮੈਰਿਟ ਦੇ ਬੇਸ 'ਤੇ ਤੁਹਾਡੀ ਕੰਸੈਸ਼ਨ ਦਿੱਤਾ ਹੈ, 100% ਤੁਹਾਨੂੰ ਸਕਾਲਰਸ਼ਿਪ ਹੈ, ਤੁਸੀਂ 500 ਰੁਪਈਆ ਦਿਓ ਤੇ ਐਡਮਿਸ਼ਨ ਲੈ ਲੈਂਦੇ, ਪਰ ਸੈਕੰਡ ਸਮੈਸਟਰ ਸਾਨੂੰ ਕਹਿੰਦੇ ਪੂਰਾ ਪੈਸੇ ਦਿਓ। ਉਹ ਜੋ ਇੱਦਾਂ ਦੇ ਹੱਥਕੰਡੇ ਇਸਤੇਮਾਲ ਕਰਕੇ ਉਹਨਾਂ ਬੱਚਿਆਂ ਨੂੰ ਖਿੱਚ ਕੇ ਲਿਜਾ ਰਹੇ ਨੇ, ਉਹਦੇ ਨਾਲ ਇਹਨਾਂ ਕਾਲਜਾਂ 'ਚ ਕ੍ਰਾਈਸਿਸ ਹੋ ਗਿਆ। ਜਿਹੜੇ ਕ੍ਰਾਈਸਿਸ ਜਿਹਨਾਂ ਇੰਸਟੀਟਿਊਸ਼ਨ ਨੇ ਪਿਛਲੇ 100 ਸਾਲ 'ਚ ਪੰਜਾਬ ਦੀ ਬੜੀ ਸੇਵਾ ਕੀਤੀ ਹੈ, ਜਦੋਂ ਬਦਹਾਲੀ 'ਚ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਉਹਦੇ ਬਜਾਏ ਉਹਨਾਂ ਨੂੰ ਲੱਗ ਰਿਹਾ ਕਿ ਇਹ ਸਾਨੂੰ ਹੋਰ ਬਾਡੀ ਬਲੋ ਦੇ ਕੇ ਖਤਮ ਕਰਨਾ ਚਾਹੁੰਦੇ ਆ। ਤਾਂ ਫਿਰ ਭਗਵੰਤ ਮਾਨ ਸਰਕਾਰ ਤਾਂ ਜਿਹੜੀ ਸੱਤਾ ਦੇ ਵਿੱਚ ਆਈ ਸੀ, 2 ਮੁੱਖ ਗੱਲਾਂ ਨੂੰ ਲੈ ਕੇ ਆਈ ਸੀ ਨਾ, ਕਿ ਸਿਹਤ ਨੂੰ ਔਰ ਸਿੱਖਿਆ ਤੰਤਰ ਨੂੰ ਅਸੀਂ ਬਿਹਤਰ ਕਰਾਂਗੇ। ਫਿਰ ਜਦੋਂ ਬੈਂਸ ਨਾਲ ਮੀਟਿੰਗ ਹੁੰਦੀ ਹੈ ਜਾਂ ਸਪੈਸ਼ਲ ਸੈਕਟਰੀ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਤੇ ਹੁਣ ਦੁਬਾਰਾ ਉਹ ਚਿੱਠੀ ਕਰ ਦਿੱਤੀ ਜਾਂਦੀ ਹੈ, ਫਿਰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਸਰਕਾਰ ਸਿੱਖਿਆ ਨੂੰ ਲੈ ਕੇ ਸੀਰੀਅਸ ਨਹੀਂ ਹੈ? ਜੋ ਲੋਕਾਂ ਦੀ ਇੰਪ੍ਰੈਸ਼ਨ ਹੈ ਉਹ ਇਹ ਹੈ ਕਿ ਬਈ ਚੀਫ ਮਿਨਿਸਟਰ ਦੇ ਕੋਲ ਬਹੁਤ ਕੰਮ ਕਰਨ ਵਾਲੇ ਹੁੰਦੇ ਨੇ, ਉਹਨਾਂ ਨੂੰ ਲੱਗਦਾ ਕਿ ਅਫਸਰਸ਼ਾਹੀ ਜਿਹੜੀ ਆ ਉਹ ਸਰਕਾਰ ਨੂੰ ਘੁਮਾ ਰਹੀ ਹੈ, ਔਰ ਇਹ ਇੰਪ੍ਰੈਸ਼ਨ ਪੰਜਾਬ ਜ਼ਿਆਦਾਤਰ ਬਣਿਆ ਹੋਇਆ ਕਿ ਪੰਜਾਬ ਦੀ ਅਫਸਰਸ਼ਾਹੀ ਸਰਕਾਰ ਨੂੰ ਘੁਮਾ ਰਹੀ ਹੈ। ਬਹੁਤ ਸਾਰੇ ਲੋਕੀ ਭਗਵੰਤ ਮਾਨ ਤੇ ਇਸ ਤਰੀਕੇ ਨਾਲ ਸ਼ੱਕ ਨਹੀਂ ਕਰਦੇ। ਇਹ ਜਿਹੜਾ ਖਿੱਤਾ ਹੈ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਉਹਦਾ ਟਕਰਾਅ ਹੋਇਆ, ਇਹਨੇ ਬੜਾ ਖੁੱਲ੍ਹ ਕੇ ਉਸ ਵਿੱਚ ਅਸੀਂ ਵੀ ਸ਼ਾਮਿਲ ਸੀਗੇ, ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈ, ਉਮੀਦ ਨਾ ਕੀਤੀ ਹੈ ਵੀ ਇਹ ਗੱਲਾਂ ਠੀਕ ਹੋਣਗੀਆਂ। ਉਸੇ ਖਿੱਤੇ ਨਾਲ ਇਹਨਾਂ ਦਾ ਵੱਡਾ ਟਕਰਾਅ ਇੱਕ ਤੋਂ ਬਾਅਦ ਦੂਜੇ ਮੁੱਦੇ ਜਿਹੜਾ ਬਣ ਰਿਹਾ, ਉਹ 'ਚ ਮੇਰੇ ਆਪਣੇ ਮਨ ਵਿੱਚ ਵੀ ਸ਼ੱਕ ਹੈ ਕਿ ਜਿਹੜੀ ਅਫਸਰਸ਼ਾਹੀ ਆ ਉਹ ਆਮ ਆਦਮੀ ਪਾਰਟੀ ਤੇ ਜਿਹੜੇ ਉਹਨਾਂ ਦੇ ਸਪੋਰਟਰ ਦੇ ਕਹਿ ਲਓ ਕਿ ਜਿਹੜੇ ਸੈਗਮੈਂਟ ਨੇ ਉਹਨਾਂ ਵਿੱਚ ਕਨਫਲਿਕਟ ਕ੍ਰੀਏਟ ਕਰ ਰਹੀ ਹੈ। ਮੈਂ ਬਿਲਕੁਲ ਖੁਦ ਦੇ ਤੌਰ 'ਤੇ ਕਹਿੰਦਾ ਵੀ ਜੇ ਤੁਹਾਡਾ ਇਹ ਕਨਫੀਡੈਂਸ਼ਨ ਹੋ ਗਿਆ, ਅਸੀਂ ਉਸ ਨੈਗੋਸ਼ੀਏਸ਼ਨ ਦਾ ਪਾਰਟ ਨਹੀਂ ਹੈ, ਅਸੀਂ ਮੈਮੋਰੰਡਮ ਨਹੀਂ ਦਿੱਤਾ, ਪਰ ਯੂਨੀਵਰਸਿਟੀ ਦੇ ਕਾਲਜ ਦੇ ਅਧਿਆਪਕਾਂ ਦੇ ਨੁਮਾਇੰਦੇ ਦੇ ਤੌਰ 'ਤੇ ਅਸੀਂ ਤੁਹਾਡਾ ਬੈਠ ਕੇ ਇਸ ਮਸਲੇ ਨੂੰ ਹੱਲ ਕਰਾਉਣਾ ਚਾਹਾਂਗੇ। ਜਿਸ ਤਰੀਕੇ ਨਾਲ ਤੁਸੀਂ ਐਗਜ਼ਾਮ ਕੰਡਕਟ ਕਰਨ ਚਾਹ ਰਹੇ ਹੋ, ਇਹ ਤਾਂ ਐਗਜ਼ਾਮ ਦੀ ਕ੍ਰੈਡੀਬਿਲਿਟੀ ਖਤਮ ਹੋ ਜਾਂਦੀ ਹੈ। ਪੁਰਾਣੀਆਂ ਸਰਕਾਰਾਂ ਨੇ ਇਹ ਰਸਤਾ ਕਿਉਂ ਨਹੀਂ ਅਖਤਿਆਰ ਕੀਤਾ ਇੰਨੇ ਸਾਲਾਂ 'ਚ? ਕਿਉਂਕਿ ਉਹਨਾਂ ਦਾ ਇੱਕ ਤਜਰਬਾ ਸੀ। ਮੈਂ ਤੁਹਾਨੂੰ ਦੱਸਦਾ, ਕਿਸੇ ਮੌਕੇ ਸਰਕਾਰਾਂ ਨੇ ਇਹੀ ਕੰਮ ਕੀਤਾ ਜੋ ਇਹ ਕਰ ਰਹੇ ਨੇ, ਪੁਰਾਣੇ ਕਿੱਸੇ ਨੇ ਅੱਜ ਤੋਂ 35-40 ਸਾਲ ਬਾਅਦ। ਉਹਦੇ ਵਿੱਚ ਕੀ ਹੁੰਦਾ ਕਿ ਨਕਲ ਹੁੰਦੀ ਹੈ। ਹੁਣ ਤੁਸੀਂ ਗੱਲ ਸਮਝੋ ਕਿ ਜਿਸ ਬੱਚੇ ਦਾ ਐਗਜ਼ਾਮੀਨੇਸ਼ਨ ਸੈਂਟਰ ਪੁੱਟ ਗਏ, ਉਹਦੇ ਕਾਲਜ ਤੋਂ ਕਿਸੇ ਸਕੂਲ 'ਚ ਕਰਤਾ ਤੇ ਸਕੂਲ ਦੇ ਟੀਚਰ ਡਿਊਟੀ ਦੇ ਰਹੇ, ਨਾ ਤਾਂ ਸਕੂਲ ਦੇ ਟੀਚਰ ਇਸ ਗੱਲ ਦੀ ਚਿੰਤਾ ਕਰਨਗੇ ਵੀ 2 ਦਿਨ ਸਾਡੀ ਡਿਊਟੀ ਲੱਗੀ ਹੈ, ਅਸੀਂ ਇਹਨਾਂ ਬੱਚਿਆਂ ਨਾਲ ਕਿਉਂ ਲੜਨਾ। ਉਹਨਾਂ ਨੂੰ ਉਹਦਾ ਕੋਈ ਕਿਸੇ ਟਕਰਾਅ ਵੱਲ ਨਹੀਂ, ਤੇ ਬੱਚੇ ਵੀ ਉਹਨਾਂ ਦੀ ਪਰਵਾਹ ਨਹੀਂ ਕਰਨਗੇ, ਔਰ ਉਹਦਾ ਨਤੀਜਾ ਹੋਏਗਾ ਕਿ ਨਕਲ ਹੋਏਗੀ। ਤੇ ਜਿਸ ਪੰਜਾਬ ਸਰਕਾਰ ਦਾ ਫੈਸਲਾ ਹੀ ਹੈ ਵੀ ਅਸੀਂ ਜਿੱਦ ਕਰਕੇ ਐਗਜ਼ਾਮ ਪੂਰੇ ਕਰਨੇ, ਨਕਲ ਕਰਾ ਕੇ ਚਾਹੇ ਐਗਜ਼ਾਮ ਦੀ ਕ੍ਰੈਡੀਬਿਲਿਟੀ ਰਹੇ ਨਾ ਰਹੇ, ਤਾਂ ਮੰਦਭਾਗਾ ਫੈਸਲਾ ਹੈ। ਸਰਕਾਰਾਂ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਕਿ ਜਿਹੜਾ ਸਿਸਟਮ ਹੈ ਉਹਦੀ ਕ੍ਰੈਡੀਬਿਲਿਟੀ ਬਣੇ ਰਹੇ। ਐਜੂਕੇਸ਼ਨ ਸਿਸਟਮ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਕ੍ਰੈਡੀਬਿਲਿਟੀ ਐਗਜ਼ਾਮੀਨੇਸ਼ਨ ਦੀ। ਜਦੋਂ ਐਗਜ਼ਾਮੀਨੇਸ਼ਨ ਦੀ ਕ੍ਰੈਡੀਬਿਲਿਟੀ ਕੰਪਰੋਮਾਈਜ਼ ਹੋ ਗਈ ਤਾਂ ਫਿਰ ਉਹਦੇ ਕੌਨਸੀਕੁਐਂਸ ਮਾੜੇ ਹੁੰਦੇ ਆ, ਜਿਹਦਾ ਕੋਵਿਡ ਵਿੱਚ ਹੋਈ। ਤੇ ਫਿਰ ਤੁਸੀਂ ਸਾਰੇ ਲੋਕਾਂ ਨੇ ਦੇਖਿਆ, ਕਈ ਕੰਪਨੀਆਂ ਨੇ ਕਹਿ ਦਿੱਤਾ ਕਿ ਇਸ ਟਾਈਮ ਦੇ ਜਾਂ ਜਿਹਨੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਨੂੰ ਨੌਕਰੀ ਅਪਲਾਈ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਵਿੱਚ ਮੋਟੇ ਤੌਰ 'ਤੇ ਨਕਲ ਹੋਈ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਐਗਜ਼ਾਮੀਨੇਸ਼ਨ ਇਸ ਤਰੀਕੇ ਨਾਲ ਨਾ ਕੰਡਕਟ ਕਰਵਾਏ ਜਾਣ, ਇਹਦੇ ਨਾਲ ਕ੍ਰੈਡੀਬਿਲਿਟੀ ਘਟਦੀ ਹੈ। ਕੀ ਅਧਿਆਪਕ ਜਥੇਬੰਦੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹ ਇਸ ਤਰੀਕੇ ਦਾ ਐਕਸ਼ਨ ਕਿਉਂ ਦੇ ਰਿਹਾ ਜਿਹਦੇ ਵਿੱਚ ਵਿਦਿਆਰਥੀਆਂ ਦੇ ਐਗਜ਼ਾਮ ਹੋ ਰਿਹਾ ਤੇ ਉਹ ਬਾਈਕਾਟ ਦੀ ਗੱਲ ਕਰ ਰਹੇ ਆ? ਉਹ ਕਿਉਂਕਿ ਜੋ ਮੰਦਭਾਗੀ ਘਟਨਾ 3 ਤੇ 4 ਤਰੀਕ ਨੂੰ ਜਲੰਧਰ ਦੇ ਵਿੱਚ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੇ ਨਾਲ ਹੋਈ, ਉਹਦੇ ਕਰਕੇ ਇਹ ਹੋਇਆ। ਕਿਉਂਕਿ ਉਹ ਬੜੀ ਤਸੱਲੀ 'ਚ ਬੈਠੇ ਸੀਗੇ ਵੀ ਸਾਨੂੰ ਮੁੱਖ ਮੰਤਰੀ ਨੇ ਵੀ ਕਹਿਤਾ, ਸਿੱਖਿਆ ਮੰਤਰੀ ਨੇ ਵੀ ਕਹਿਤਾ, ਹੁਣ ਪੋਰਟਲ ਦਾ ਕੋਈ ਮੁੱਦਾ ਨਹੀਂ ਹੈ। ਔਰ ਅਸਲ 'ਚ ਬਹੁਤ ਸਾਰੇ ਕਾਲਜਾਂ ਨੇ ਤਾਂ ਐਡਮਿਸ਼ਨ ਵੀ ਕੁਛ ਕਰ ਲਿਆ ਸੀ। ਹੁਣ ਉਹਨਾਂ ਲਈ ਉਹ ਵੱਡਾ ਕ੍ਰਾਈਸਿਸ ਹੋ ਗਿਆ ਕਿ ਇਹਨੂੰ ਅਸੀਂ ਕਿਉਂ ਕਰੀਏ। ਸਰਕਾਰ ਜੋ ਗੱਲ ਕਹਿਣਾ ਚਾਹੁੰਦੀ ਹੈ, ਉਹ ਕਹਿਣਾ ਚਾਹੇਗੀ ਸਾਡੇ ਕੋਲ ਆਹ ਫਾਇਦੇ ਨੇ, ਉਹਨਾਂ ਤੋਂ ਕੁਛ ਚੀਜ਼ਾਂ ਫਾਇਦਾ ਹੋ ਸਕਦਾ, ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਹਾਂ। ਪਰ ਜੋ ਪੰਜਾਬ ਦੀ ਗਰਾਊਂਡ ਰਿਐਲਿਟੀ ਆ ਉਹਦੇ ਵਿੱਚ ਜੋ ਉਹਨਾਂ 'ਤੇ ਡਰ ਨੇ, ਜੋ ਉਹਨਾਂ ਨੂੰ ਡਰ ਲੱਗਦਾ ਕਿ ਸਾਡਾ ਨੁਕਸਾਨ ਹੋਏਗਾ। ਮੈਂ ਇੱਕ ਸਿੱਧਾ ਜਿਹਾ ਐਗਜ਼ਾਮਪਲ ਦਿੰਦਾ ਕਿ ਸਰਕਾਰਾਂ ਸਟੇਟ ਦੀਆਂ GST ਨਹੀਂ ਸੀ ਮੰਨ ਰਹੀਆਂ, ਸੈਂਟਰ ਗੌਰਮੈਂਟ ਕਹਿੰਦਾ ਅਸੀਂ ਤੁਹਾਨੂੰ ਕੰਪਨਸੇਟ ਕਰਾਂਗੇ। ਤੁਸੀਂ ਸਾਰਿਆਂ ਨੂੰ ਲਾ ਕੇ ਕਹਿ ਦਿਓ ਕਿ ਤੁਹਾਡਾ ਜੋ ਇਸ ਵਿੱਚ ਨੁਕਸਾਨ ਹੋਏਗਾ ਅਸੀਂ ਤੁਹਾਨੂੰ ਕੰਪਨਸੇਟ ਕਰਾਂਗੇ। ਤੁਸੀਂ ਕਹਿ ਰਹੇ ਕਿ ਸਕੀਮ ਪਾਲਿਸੀ ਸਾਡੀ ਹੋਏਗੀ, ਨੁਕਸਾਨ ਤੁਹਾਡਾ ਹੋਏਗਾ, ਉਹਦਾ ਪ੍ਰਬੰਧ ਤੁਸੀਂ ਕਰੋ। ਇਹ ਜਿਹੜਾ ਟਕਰਾਅ ਆ ਇਹ ਕਿਸੇ ਵੀ ਤਰੀਕੇ ਨਾਲ ਤਰਕਸੰਗਤ ਨਹੀਂ ਹੈ, ਨਿਆਂ ਸੰਗਤ ਨਹੀਂ ਹੈ। ਮੇਰੀ ਉਹਨਾਂ ਕਿਸੇ ਮੈਨੇਜਮੈਂਟ ਫੈਡਰੇਸ਼ਨ ਦੇ ਕਿਸੇ ਬੰਦੇ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਇਸ ਦਾ ਇੱਕ ਵਾਇਬਲ ਐਮੀਕੇਬਲ ਸੋਲੂਸ਼ਨ ਕਰਨਾ ਚਾਹੁੰਦੀ ਹੈ, ਅਸੀਂ ਉਹ 'ਚ ਰੋਲ ਪਲੇ ਕਰ ਸਕਦੇ ਹਾਂ, ਉਹਨੂੰ ਬਿਠਾ ਸਕਦੇ ਹਾਂ। ਔਰ ਜੇ ਸਰਕਾਰ ਦੀ ਗੱਲ ਵਿੱਚ ਜਿੱਥੇ ਦਮ ਹੋਏਗਾ ਅਸੀਂ ਉਹਨਾਂ ਨੂੰ ਵੀ ਕਨਵਿੰਸ ਕਰ ਲਵਾਂਗੇ ਵੀ ਤੁਹਾਨੂੰ ਕਰਨਾ ਬਣਦਾ। ਪਰ ਜਦੋਂ ਇੱਕ ਤੁਹਾਡਾ ਮਰੀਜ਼ ਮਰਨ ਵਾਲਾ ਆ, ਜਿਹੜਾ ਕਹਿ ਰਿਹਾ ਮੈਂ ਮਰ ਜਾਊਂਗਾ, ਮੇਰਾ ਵੈਂਟੀਲੇਟਰ ਨਾ ਹਟਾਓ, ਤੁਸੀਂ ਉਹ ਵੈਂਟੀਲੇਟਰ ਹਟਾਉਣ ਦੀ ਜਿੱਦ ਕਰਕੇ ਬੈਠੇ, ਇਹ ਸਹੀ ਨਹੀਂ ਹੈ।
ਫਿਲਹਾਲ ਸਰਕਾਰ ਨਾਲ ਕੋਈ ਗੱਲਬਾਤ ਚੱਲ ਰਹੀ ਹੈ? ਤੁਸੀਂ ਤਾਂ ਇਹ ਐਲਾਨ ਕਰਤਾ, ਉਹ ਪ੍ਰੈਸ ਨੋਟ ਵੀ ਆ ਗਿਆ ਕਿ ਕੱਲ ਤੋਂ 3 ਦਿਨਾਂ ਲਈ ਜਿਹੜਾ ਉਹ ਬਾਈਕਾਟ ਹੋਊਗਾ, ਐਗਜ਼ਾਮੀਨੇਸ਼ਨ ਲਈ ਵੀ ਡਿਊਟੀਆਂ ਨਹੀਂ ਦਿੱਤੀਆਂ ਜਾਣਗੀਆਂ, ਧਰਨੇ ਲੱਗਣਗੇ ਅਧਿਆਪਕਾਂ ਵੱਲੋਂ। ਤਾਂ ਕੀ ਸਰਕਾਰ ਹੁਣ ਉਹਦੇ ਕੰਨ ਤੋਂ ਜੂੰ ਸਰਕੀ ਹੈ, ਸਰਕਾਰ ਗੱਲਬਾਤ ਲਈ ਅੱਗੇ ਵਧ ਰਹੀ ਹੈ ਹੁਣ? ਦੇਖੋ, ਮੈਂ ਵੀ ਉਸ ਖਿੱਤੇ ਕੰਮ ਕਰਦਾ, ਇਸ ਕਰਕੇ ਅਸੀਂ ਨਜ਼ਰ ਰੱਖੀ ਦੀ ਹੈ, ਫੈਡਰੇਸ਼ਨ ਦੇ ਤੌਰ ਤੇ ਵੀ ਨਜ਼ਰ ਰੱਖੀ ਦੀ ਹੈ ਕਿ ਸਿੱਖਿਆ ਖੇਤਰ 'ਚ ਕੀ ਹੋ ਰਿਹਾ। ਮੇਰੇ ਕੋਲ ਜਿੰਨੀ ਪਤਾ ਕਿ ਬਈ ਇਸ ਤਰੀਕੇ ਦੀ ਗੱਲ ਸ਼ਾਇਦ ਇਸ ਮੌਕੇ ਨਹੀਂ ਹੋ ਰਹੀ, ਤੇ ਮੈਂ ਪਰ ਇਹ ਕਹਿ ਸਕਦਾ ਕਿ ਜੋ ਮੈਂ ਤੁਹਾਨੂੰ ਗੱਲ ਦੱਸੀ ਹੈ ਇਹ ਮੈਂ ਉਹਨਾਂ ਤੋਂ ਫੀਡਬੈਕ ਲੈ ਕੇ ਕੀਤੀ ਹੈ, ਔਰ ਬੇਸ਼ੱਕ ਉਹਨਾਂ 'ਚ ਬਈ ਬੰਦਿਆਂ ਨੂੰ ਮੈਂ ਨਾ ਜਾਣਦਾ ਹੋਵਾਂ, ਪਰ ਮੈਂ ਇਹ ਗੱਲ ਮੰਨ ਕੇ ਚੱਲਦਾ ਕਿ ਜੇ ਸਰਕਾਰ ਉਹਨਾਂ ਨਾਲ ਗੱਲਬਾਤ ਕਰਕੇ ਸਹੀ ਰਿਜ਼ਲਟ ਕੱਢਣਾ ਚਾਹੁੰਦੀ ਤਾਂ ਉਹ ਰਿਜ਼ਲਟ ਕੱਢ ਸਕਦੀ ਸੀ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ 16 ਤਰੀਕ ਦੀ ਮੀਟਿੰਗ ਕਿਉਂ ਨਹੀਂ ਹੋਈ, ਕਿ ਇਹਨੇ ਗਲਤ ਈਮੇਲ ਭੇਜੀ, ਕਿਸ ਨੇ ਇਹ ਟਕਰਾਅ ਪੈਦਾ ਕੀਤਾ, ਉਹਨਾਂ ਨੂੰ ਪੋਲੀਟੀਕਲ ਵੀ ਇਹਦੇ ਬਾਰੇ ਸੋਚਣਾ ਚਾਹੀਦਾ। ਤਾਂ ਫਿਰ ਸਰਕਾਰ ਵੱਲੋਂ ਭੇਜੀ ਇੱਕ ਗਲਤ ਈਮੇਲ ਦਾ ਸਾਰਾ ਖਾਮਿਆਜ਼ਾ ਹੁਣ ਵਿਦਿਆਰਥੀ ਅਧਿਆਪਕ ਭੁਗਤਣਗੇ ਕੱਲ੍ਹ ਨੂੰ? ਮੈਨੂੰ ਤਾਂ ਨਜ਼ਰ ਆ ਰਿਹਾ ਕਿ ਵੀ ਭੁਗਤਣਗੇ। ਦੇਖੋ, ਮੈਂ ਕਹਾਂਗਾ ਸਰਕਾਰਾਂ ਕਰਾਉਣ ਤੇ ਉਨੀਆਂ ਲੜਾਈ ਵਾਰ ਹੁੰਦੀ ਹੈ ਤਾਂ ਉਹ ਵੀ ਉਹਨੇ ਹੈਂਡਲ ਕਰਨੀ ਹੁੰਦੀ ਹੈ। ਯੂਕਰੇਨ ਵੀ ਤਾਂ ਲੜੀ ਰਿਹਾ, ਸੁਨਾਮੀ ਆ ਕੇ ਤਦ ਵੀ ਕਹਦੇ ਸਰਕਾਰਾਂ ਦੀ ਜਿਹੜੀ ਕੰਪੀਟੈਂਸ ਬੜੀ ਵੱਡੀ ਹੁੰਦੀ ਹੈ। ਪਰ ਗੱਲ ਇਹ ਹੈ ਕਿ ਜੇ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਸਿੱਖਿਆ ਦੇ ਵੱਡੇ ਖੇਤਰ ਜਿਨ੍ਹਾਂ ਨੇ ਇੰਨੇ ਸਾਲ ਕਾਲਜਾਂ ਨੂੰ ਚਲਾਇਆ, ਤੁਸੀਂ ਉਹਨਾਂ ਦੀ ਗੱਲ ਸੁਣਨ ਨੂੰ ਵੀ ਨਹੀਂ ਤਿਆਰ, ਔਰ ਉਹਨਾਂ ਦੇ ਖਦਸ਼ੇ ਦੂਰ ਕਰਨ ਨੂੰ ਨਹੀਂ ਤਿਆਰ, ਉਹਨਾਂ ਦੇ ਕੰਸਰਨ ਐਡਰੈਸ ਕਰਨ ਨੂੰ ਨਹੀਂ ਤਿਆਰ, ਫਿਰ ਤੁਸੀਂ ਇਹ ਨਾ ਕਹੋ ਕਿ ਅਸੀਂ ਡੈਮੋਕ੍ਰੇਸੀ ਦੇ ਬਿਲੀਵਰ ਹਾਂ। ਫਿਰ ਦਿੱਲੀ ਦੇ ਵਿੱਚ ਜੋ ਹੋਇਆ ਫਿਰ ਉਹ ਵੀ ਠੀਕ ਹੈ, ਜੋ ਤੁਸੀਂ ਕਰ ਰਹੇ ਹੋ ਉਹ ਵੀ ਠੀਕ ਹੈ। ਜੀ, ਬਹੁਤ ਬਹੁਤ ਧੰਨਵਾਦ। ਆਪਾਂ ਗੱਲਬਾਤ ਕੀਤੀ ਹੈ ਸਿੱਖਿਆ ਦੇ ਸੰਕਟ ਬਾਰੇ, ਜੋ ਪੰਜਾਬ ਸਰਕਾਰ ਨਾਲ ਪੰਜਾਬ ਦੇ ਕਾਲਜਾਂ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਫੈਡਰੇਸ਼ਨ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਜੋ ਕੁਝ ਫੈਸਲੇ ਮੂੰਹ ਜ਼ਬਾਨੀ ਮੰਤਰੀਆਂ ਵੱਲੋਂ ਲਏ ਗਏ, ਮੁੱਖ ਮੰਤਰੀ ਵੱਲੋਂ ਲਏ ਗਏ, ਅਧਿਆਪਕਾਂ ਦਾ ਇਹ ਕਹਿਣਾ ਕਿ ਹੁਣ ਉਹ ਮੁੱਕਰ ਰਹੇ ਆ, ਤਾਂ ਔਰ ਇਹਦੇ ਨਾਲ ਸਿੱਖਿਆ ਦਾ ਇੱਕ ਵੱਡਾ ਸੰਕਟ ਜਿਹੜਾ ਉਹ ਖੜਾ ਹੋ ਰਿਹਾ। ਤਾਂ ਫਿਲਹਾਲ ਸਥਿਤੀ ਹੈ ਕਿ ਕੋਈ ਗੱਲਬਾਤ ਨਹੀਂ ਹੋ ਰਹੀ ਹੈ ਦੋਨਾਂ ਧਿਰਾਂ ਦੇ ਵਿਚਕਾਰ, ਤੇ ਕੱਲ੍ਹ ਨੂੰ ਵਿਦਿਆਰਥੀਆਂ ਦੇ ਪੇਪਰ ਨੇ, ਔਰ ਇਹ ਲੱਗ ਰਿਹਾ ਕਿ ਉਹ ਪੇਪਰ ਜਿਹੜੇ ਆ ਉਹ ਠੀਕ ਠਾਕ ਨਾਲ ਕੰਡਕਟ ਨਹੀਂ ਹੋ ਪਾਉਣਗੇ। ਤਾਂ ਅੱਗੇ ਕੀ ਹੁੰਦਾ ਉਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਹਾਡੀ ਇਹਦੇ ਬਾਰੇ ਕੀ ਰਾਏ ਆ, ਕਮੈਂਟ ਲਿਖ ਕੇ ਜ਼ਰੂਰ ਦੱਸਿਓ ਜੀ। ਦੇਖਦੇ ਰਹੋ ਦੁਨੀਆ।